ਗੁਰੂ ਜੀ ਸੇ ਭਗਤ ਪੜ੍ਹੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ। ਜੋ ਭਾਵਹਿ ਮੇਰੇ ਹਰ ਭਗਵੰਤਾ। ਧੰਨ ਵਾਹਿਗੁਰੂ ਜੀ। ਰਾਗ ਗੌੜੀ ਰਵਿਦਾਸ ਜੀ ਕੇ ਪਦੇ। ਗੌੜੀ ਗੁਆਰੇਰੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ। ਰਾਮ ਗੁਸਈਆ ਜੀ ਕੇ ਜੀਵਨਾ ਮੋਹਿ ਨਾ ਬਿਸਾਰਹੁ। ਮੈਂ ਜਨ ਤੇਰਾ ਰਹਾਉ। ਮੇਰੀ ਹਰਉ ਬਿਪਤ ਜਨ ਕਰਹੁ ਸੁਭਾਈ। ਚਰਨ ਨਾ ਛਾਡੋ ਸਰੀਰ ਕਲ ਜਾਈ। ਕਹੋ ਰਵਿਦਾਸ ਪਰੋਂ ਤੇਰੀ ਸਾਂਭਾ। ਬੇਗ ਮਿਲਹੁ ਜਨ ਕਰ ਨਾਮ ਬਿਲੰਬਾ। ਕਹੋ ਰਵਿਦਾਸ ਪਰੋਂ ਤੇਰੀ ਸਾਂਭਾ। ਬੇਗ ਮਿਲਹੁ ਜਨ ਕਰ ਨਾਮ ਬਿਲੰਬਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ। ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਬੜੇ ਪ੍ਰੇਮ ਸਹਿਤ ਆਪ ਜੀ ਨੇ ਗੁਰਬਾਣੀ ਪਾਠ ਅਤੇ ਕੀਰਤਨ ਦਾ ਗੁਰੂ ਸਵਾਰਿਆਂ ਪਾਸੋਂ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਆਪਾਂ ਯਤਨ ਕੀਤਾ ਹੈ ਕੱਲ੍ਹ ਦੇ ਦੀਵਾਨ ਤੋਂ ਬਾਬਾ ਰਵਿਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ, ਉਸ ਨੂੰ ਆਪਾਂ ਲੜੀਵਾਰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਭਗਤ ਰਵਿਦਾਸ ਸਾਹਿਬ ਮਹਾਰਾਜ ਦੇ ਕੁੱਲ 40 ਸ਼ਬਦ 16 ਰਾਗਾਂ ਦੇ ਵਿੱਚ ਦਰਜ ਹਨ। ਕੱਲ੍ਹ ਆਪਾਂ ਸ੍ਰੀ ਰਾਗ, ਜੋ ਕਿ ਪਹਿਲਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਉਸ ਵਿੱਚ ਜੋ
ਬਾਬਾ ਰਵਿਦਾਸ ਸਾਹਿਬ ਮਹਾਰਾਜ ਦਾ ਇੱਕ ਸ਼ਬਦ ਦਰਜ ਹੈ, ਉਸ ਨੂੰ ਆਪਾਂ ਵਿਚਾਰਨ ਦਾ ਯਤਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 345 ਉੱਪਰ ਇਹ ਪਾਵਨ ਸ਼ਬਦ ਦਰਜ ਹੈ, ਜਿਸ ਦਾ ਆਪ ਜੀ ਨੇ ਹੁਣੇ ਹੀ ਪਾਠ ਸਰਵਣ ਕੀਤਾ। ਗੌੜੀ ਰਾਗ ਦੇ ਵਿੱਚ ਭਗਤ ਰਵਿਦਾਸ ਮਹਾਰਾਜ ਜੀ ਦੇ ਕੁੱਲ 5 ਸ਼ਬਦ ਦਰਜ ਨੇ। ਵੱਖਰੇ ਵੱਖਰੇ ਪਦੇ ਹਨ। ਜਿਹੜਾ ਸ਼ਬਦ ਆਪਾਂ ਪੜ੍ਹਿਆ ਇਸ ਦੇ 3 ਪਦੇ ਨੇ। ਇਸ ਤੋਂ ਅਗਲੇਰਾ ਸ਼ਬਦ ਹੈ ਉਹ 2 ਪਦਿਆਂ ਦਾ ਹੈ। ਤੀਜਾ ਸ਼ਬਦ ਜਿਹੜਾ ਉਹ 4 ਪਦਿਆਂ ਦਾ ਹੈ। ਚੌਥਾ ਫਿਰ 3 ਬੰਦ ਹਨ ਉਸ ਸ਼ਬਦ ਦੇ, ਤੇ ਜਿਹੜਾ 5ਵਾਂ ਹੈ ਉਹ 8 ਪਦਿਆਂ ਦਾ ਸ਼ਬਦ ਹੈ। ਇਸ ਕਰਕੇ ਸਾਂਝੇ ਰੂਪ ਵਿੱਚ ਸਿਰਲੇਖ ਉੱਤੇ ਦਰਜ ਕੀਤਾ ਗੁਰੂ ਪਾਤਸ਼ਾਹ ਨੇ। ਰਾਗ ਗੌੜੀ, ਗੌੜੀ ਰਾਗ ਵਿੱਚ ਰਵਿਦਾਸ ਜੀ ਕੇ ਪਦੇ, ਰਵਿਦਾਸ ਜੀ ਦੇ ਅਗਲੇਰੇ ਬਹੁਵਚਨ ਭਾਵ 5 ਪਦੇ ਹਨ। ਗੌੜੀ ਗੁਆਰੇਰੀ, ਇਹ ਮਿਸ਼ਰਤ ਰਾਗ ਹੈ। ਗੌੜੀ ਗੁਆਰੇਰੀ, ਗੌੜੀ ਦੀਆਂ ਅੱਗੇ ਕਿਸਮਾਂ ਹਨ। ਤੋ ਸਤਿਗੁਰੂ ਮਹਾਰਾਜ ਨੇ ਸੰਖੇਪ ਮੰਗਲਾਚਰਨ ਦਰਜ ਕੀਤਾ। ਇਹ ਮੰਗਲਾਚਰਨ ਦਾ ਰੂਪ ਇੱਕ ਵੱਖਰਾ ਹੈ। ਇੱਕ ਓੰਕਾਰ, ਇੱਕ ਹਿੰਦਸਾ ਲਖਾਇਕ ਹੈ, ਇੱਕ ਸੱਤਾ ਦਾ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਇੱਕ ਹੈ, ਸਰਵ ਵਿਆਪਕ ਹੈ, ਆਪਣੀ ਸਮੁੱਚੀ ਰਚਨਾ ਵਿੱਚ ਵਿਦਮਾਨ ਹੈ। ਸਤਨਾਮ, ਸਤ ਤੋਂ ਭਾਵ ਹੈ ਕਾਇਮ ਰਹਿਣ ਵਾਲਾ, ਨਾਮ ਜਿਸ ਦੀ ਹੋਂਦ ਸਦਾ ਥਿਰ ਹੈ। ਤੇ ਸਤਿਗੁਰੂ ਆਖਦੇ ਨੇ ਕਰਤਾ ਪੁਰਖ, ਕਰਤਾ ਕ੍ਰੀਏਟਰ, ਜਿਹੜਾ ਸਿਰਜਦਾ ਹੈ ਸਾਰਾ ਕੁਝ, ਤੇ ਆਪਣੀ ਸਿਰਜਣਾ ਵਿੱਚ ਉਹ ਆਪ ਬੈਠਾ ਹੋਇਆ ਪੁਰਖ, ਆਪਣੀ ਸਿਰਜਣਾ ਤੋਂ ਵੱਖਰਾ ਨਹੀਂ ਹੈ, ਦੂਰ ਨਹੀਂ ਹੈ। ਗੁਰ ਪ੍ਰਸਾਦ, ਗੁਰੂ ਦੀ ਮਿਹਰ, ਗੁਰੂ ਦੇ ਪ੍ਰਸਾਦ, ਗੁਰੂ ਦੇ ਬਖਸ਼ੇ ਗਿਆਨ, ਗੁਰੂ ਦੀ ਬਖਸ਼ੀ ਸੋਝੀ ਦਾ ਸਦਕਾ ਸਾਨੂੰ ਉਸ ਪਰਮੇਸ਼ਰ ਵਾਹਿਗੁਰੂ ਦੀ ਨੇੜਤਾ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ, ਗਿਆਨ ਹੋ ਜਾਂਦਾ ਹੈ। ਇਸ ਤੋਂ ਅੱਗੇ ਸ਼ਬਦ ਦੀ ਰਮਤ ਹੈ। ਰਹਾਉ ਵਾਲਾ ਬੰਦ ਆਪਾਂ ਪਹਿਲਾਂ ਵਿਚਾਰਾਂਗੇ, ਕਿਉਂਕਿ ਰਹਾਉ ਵਾਲੇ ਬੰਦ ਵਿੱਚ ਸ਼ਬਦ ਦਾ ਸਮੁੱਚਾ ਭਾਵ ਹੁੰਦਾ ਹੈ। ਬਾਬਾ ਰਵਿਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਰਾਮ ਗੁਸਈਆ, ਰਾਮ ਦਾ ਭਾਵ ਹੈ ਰਮਿਆ ਹੋਇਆ। ਕਈ ਸੱਜਣਾਂ ਨੂੰ ਐਸਾ ਭਰਮ ਪਿਆ, ਜਿਸ ਵੇਲੇ ਉਹਨਾਂ ਨੇ ਭਗਤ ਬਾਣੀ ਨੂੰ ਵਿਚਾਰਿਆ ਤਾਂ ਭਗਤ ਬਾਣੀ ਵਿੱਚ ਐਸੇ ਸ਼ਬਦ ਵੇਖ ਕੇ ਉਹਨਾਂ ਨੇ ਸੋਚਿਆ ਸ਼ਾਇਦ ਭਗਤ ਸਾਹਿਬਾਨ ਜਿਹੜੇ ਹਨ ਉਹ ਕਿਸੇ ਅਵਤਾਰਵਾਦ ਦੇ ਪੁਜਾਰੀ ਹਨ। ਕੁਝ ਹੋਰ ਸ਼ਬਦ ਵੀ ਆਏ ਜਿਨ੍ਹਾਂ ਤੋਂ ਉਹਨਾਂ ਨੇ ਇਹ ਨਤੀਜਾ ਕੱਢਣ ਦਾ ਯਤਨ ਕੀਤਾ, ਪਰ ਐਸੇ ਸ਼ਬਦ ਤਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਵੀ ਦਰਜ ਨੇ, ਦੂਜੇ ਗੁਰੂ ਪਾਤਸ਼ਾਹਾਂ ਦੀ ਬਾਣੀ ਔਰ ਗੁਰੂ ਅਰਜਨ ਸਾਹਿਬ ਦੀ ਬਾਣੀ ਵਿੱਚ ਵੀ ਦਰਜ ਨੇ। ਪਰ ਵੇਖਣਾ ਇਹ ਹੁੰਦਾ ਵੀ ਰਾਮ ਕਿਸ ਨੂੰ ਕਿਹਾ ਜਾ ਰਿਹਾ। ਰਾਮ ਇੱਥੇ ਰਾਮਾਇਣ ਦੇ ਨਾਇਕ, ਦਸ਼ਰਥ ਦੇ ਪੁੱਤਰ, ਅਯੁੱਧਿਆਪਤੀ, ਲੰਕਾ ਦੇ ਜੇਤੂ ਸ਼੍ਰੀ ਰਾਮ ਜੀ ਲਈ ਨਹੀਂ ਵਰਤਿਆ। ਇੱਥੇ ਰਾਮ ਦਾ ਭਾਵ ਹੈ ਰਮਿਆ ਹੋਇਆ ਪਰਮੇਸ਼ਰ, ਜੋ ਸਾਰਿਆਂ ਵਿੱਚ ਹੈ, ਹਰ ਇੱਕ ਵਿੱਚ ਇੱਕ ਸਮਾਨ ਹੈ। ਉਹਦੀ ਤਫਸੀਲ, ਉਹਦੀ ਵਿਆਖਿਆ ਬਾਬਾ ਕਬੀਰ ਸਾਹਿਬ ਜੀ ਨੇ ਆਪਣੇ ਸ਼ਲੋਕਾਂ ਵਿੱਚ ਖੂਬ ਕਰ ਦਿੱਤੀ ਹੋਈ ਹੈ। ਗੁਰੂ ਮਹਾਰਾਜ ਨੇ ਉਹਨਾਂ ਮਹਾਨ ਸਤਿਪੁਰਖਾਂ ਦੀ ਬਾਣੀ ਹੀ ਆਪਣੀ ਬਾਣੀ ਨਾਲ ਇਕੱਤਰ ਕੀਤੀ, ਜਿਹੜੇ ਇੱਕ ਨਿਰੰਕਾਰ ਦੇ ਪੁਜਾਰੀ ਸਨ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਸਨ। ਉਹ ਅਕਾਲ ਪੁਰਖ ਵਾਹਿਗੁਰੂ ਜਿਸ ਦੀ ਵਿਆਖਿਆ ਇਹ ਹੈ, ਐਕਸਪਲੇਨੇਸ਼ਨ ਇਹ ਹੈ ਵੀ ਉਹ ਸਿਰਜਕ ਹੈ, ਚਾਲਕ ਹੈ, ਘਾਲਕ ਹੈ, ਸਭਨਾ ਵਿੱਚ ਵਿਆਪਕ ਹੈ, ਆਪਣੀ ਸੱਤਾ ਹੁਕਮ ਰੂਪ ਵਿੱਚ ਪਸਾਰੀ ਬੈਠਾ। ਉਹਦੀ ਵਿਆਖਿਆ ਹੈ ਗੁਰੂ ਗ੍ਰੰਥ ਸਾਹਿਬ 'ਚ, ਔਰ ਭਗਤ ਸਾਹਿਬਾਨਾਂ ਦੀ ਬਾਣੀ ਵਿੱਚ ਵੀ ਦਰਜ ਹੈ। ਬੜੇ ਨਿਮਰ, ਬੜੇ ਪ੍ਰੇਮ ਔਰ ਬੜੇ ਸਮਰਪਣ ਭਾਵ ਨਾਲ ਭਗਤ ਜੀ ਨੇ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ ਰਾਮ ਗੁਸਾਈਆਂ, ਗੁਸਾਈ ਦਾ ਮਤਲਬ ਹੁੰਦਾ ਹੈ ਸ੍ਰਿਸ਼ਟੀ ਦਾ ਸਾਈਂ, ਸਾਰੀ ਕਾਇਨਾਤ ਦਾ ਜਿਹੜਾ ਮਾਲਕ ਹੋਵੇ। ਤੇ ਮਾਲਕ ਆਪਾਂ ਕਿਹਨੂੰ ਕਹਿੰਦੇ ਆ? ਜਿਹਦੀ ਮਲਕੀਅਤ ਹੈ, ਜਿਹਦਾ ਕਿਤੇ ਆਰਡਰ ਚੱਲਦਾ, ਜਿਹਦਾ ਕਿਤੇ ਹੁਕਮ ਚੱਲਦਾ, ਜਿਹਦਾ ਕਿਤੇ ਅਧਿਕਾਰ ਹੈ। ਸਾਡੀ ਪ੍ਰਾਪਰਟੀ ਹੋਵੇ ਤੇ ਸਾਡਾ ਉਹਦੇ 'ਤੇ ਅਧਿਕਾਰ ਹੁੰਦਾ ਹੈ ਨਾ। ਸਾਡੀ ਮਰਜ਼ੀ ਹੈ ਅਸੀਂ ਕਿਸੇ ਨੂੰ ਉੱਥੇ ਵੜਨ ਦੇਈਏ ਜਾਂ ਨਾ ਵੜਨ ਦੇਈਏ, ਕਿਸੇ ਨੂੰ ਵਰਤਨ ਦੇਈਏ ਜਾਂ ਨਾ ਵਰਤਨ ਦੇਈਏ, ਉੱਥੇ ਸਾਡਾ ਆਰਡਰ ਹੈ। ਲੀਗਲੀ ਅਸੀਂ ਉਹਦੇ ਮਾਲਕ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜਿਸ ਵੇਲੇ ਗੁਸਾਈ ਆਖਦੇ ਨੇ, ਇਹਦਾ ਮਤਲਬ ਹੁੰਦਾ ਹੈ ਸਾਰੀ ਕਾਇਨਾਤ ਦਾ ਮਾਲਕ, ਧਰਤੀ ਦਾ ਸਿਰਜਕ ਮਾਲਕ, ਜਿਹਦਾ ਹੁਕਮ ਚੱਲਦਾ ਹੈ ਮਾਲਕ ਉਹ ਹੈ, ਜਿਸ ਦਾ ਕੰਟਰੋਲ ਹੈ ਮਾਲਕ ਉਹ ਹੈ। ਇਸੇ ਲਈ ਸਾਹਿਬ ਨੇ ਬਾਣੀ 'ਚ ਕਿਹਾ ਆਪ ਨਾਥ, ਨਾਥ ਦਾ ਅਰਥ ਹੈ ਮਾਲਕ, ਨਾਥੀ ਸਭ ਜਾ ਕੇ। ਨਾਥੀ ਦਾ ਮਤਲਬ ਹੁੰਦਾ ਨੱਥੀ ਹੋਈ, ਕੰਟਰੋਲ ਕੀਤੀ ਹੋਈ, ਕਾਬੂ ਵਿੱਚ ਰੱਖੀ ਹੋਈ। ਸਾਰੀ ਕਾਇਨਾਤ ਜਿਹੜੀ ਹੈ ਉਹ ਜਿਸ ਦੇ ਭਾਣੇ, ਜਿਸ ਦੀ ਰਜ਼ਾ, ਜਿਸ ਦੇ ਹੁਕਮ ਵਿੱਚ ਹੈ, ਉਹ ਨਾਥ ਹੈ।
ਉਹ ਮਾਲਕ ਹੈ, ਉਹ ਗੁਸਾਈ ਹੈ। ਐਸੇ ਸਰਵ ਵਿਆਪਕ ਮਾਲਕ ਪਰਮੇਸ਼ਰ ਦੇ ਸਾਹਮਣੇ ਅਰਦਾਸ ਹੋ ਰਹੀ ਹੈ। ਆਖਦੇ ਨੇ ਰਾਮ ਗੁਸਾਈਆਂ ਜੀ ਕੇ ਜੀਵਨਾ, ਤੂੰ ਮੇਰੇ ਜਿੰਦ ਦਾ, ਮੇਰੀ ਆਤਮਾ ਦਾ ਜੀਵਨ ਹੈ। ਸਰੀਰ ਦਾ ਜੀਵਨ ਤਾਂ ਤੂੰ ਹੈ ਹੀ, ਤੇਰੇ ਦਿੱਤੇ ਹੋਏ ਸਵਾਸ ਮਾਣ ਰਹੇ ਹਾਂ, ਤੇਰੀ ਦਿੱਤੀ ਦਹੀਂ ਨੂੰ ਹੰਢਾ ਰਹੇ ਹਾਂ, ਤੇਰੀ ਦਿੱਤੀ ਚੇਤਨਾ ਨੂੰ ਹੰਢਾ ਰਹੇ ਹਾਂ, ਤੇਰੀਆਂ ਬਖਸ਼ਿਸ਼ਾਂ ਦਾਤਾਂ ਨੂੰ ਹੰਢਾ ਰਹੇ, ਪਰ ਤੂੰ ਮੇਰੀ ਜਿੰਦ ਦਾ ਵੀ ਜੀਵਨ ਹੈ, ਮੈਨੂੰ ਆਤਮਿਕ ਜੀਵਨ ਦੇਣ ਵਾਲਾ ਹੈ ਤੂੰ। ਮੇਰਾ ਆਤਮਿਕ ਜੀਵਨ ਵੀ ਤੇਰੀ ਯਾਦ ਦੇ ਸਹਾਰੇ ਚੱਲਦਾ। ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਮੈਂ ਜੋ ਹੈ ਨਾ, ਜਿਹੜਾ ਮੇਰਾ ਭਗਤੀ ਵਾਲਾ ਜੀਵਨ ਹੈ, ਉਹ ਵੀ ਹੈ ਮੇਰੇ ਮਾਲਕ ਵਾਹਿਗੁਰੂ ਤੇਰੀ ਬਦੌਲਤ, ਤੇਰੀ ਕਿਰਪਾ ਨਾਲ ਹੈ। ਤੇ ਬੇਨਤੀ ਕੀ ਕਰ ਰਹੇ ਨੇ? ਕਹਿੰਦੇ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਹੇ ਮੇਰੇ ਪਰਮੇਸ਼ਰ ਵਾਹਿਗੁਰੂ, ਮੈਨੂੰ ਆਪਣੇ ਤੋਂ ਦੂਰ ਨਾ ਕਰਨਾ। ਮੈਂ ਤੇਰਾ ਜਨ ਹਾਂ, ਮੈਂ ਤੇਰਾ ਸੇਵਕ ਹਾਂ, ਮੈਂ ਤੇਰਾ ਖਾਦਮ ਗੁਲਾਮ ਹਾਂ, ਮੈਂ ਤੇਰੇ ਦਰ ਦੀ ਚਾਕਰੀ ਕਰਨ ਵਾਲਾ ਹਾਂ, ਮੈਂ ਤੈਨੂੰ ਪ੍ਰੇਮ ਕਰਦਾ ਹਾਂ। ਮਿਹਰ ਕਰਨਾ, ਮੈਨੂੰ ਆਪਣੇ ਤੋਂ ਦੂਰ ਨਾ ਕਰਨਾ। ਇਹਦਾ ਕੀ ਭਾਵ ਹੈ? ਇੱਕ ਬੇਨਤੀ ਹੈ, ਇੱਕ ਅਰਦਾਸ ਹੈ, ਇੱਕ ਜੋਦੜੀ ਹੈ। ਤੇ ਇਸ ਅਰਦਾਸ ਦੇ ਮਾਇਨੇ ਸਾਨੂੰ ਸ਼ਬਦ ਦੇ ਦੂਜੇ ਬੰਦ ਪੜ੍ਹ ਕੇ ਸਮਝ ਵਿੱਚ ਆਉਣਗੇ ਕਿ ਇਹਨਾਂ ਦਾ ਇਹ ਬੇਨਤੀ ਕਿਉਂ ਕੀਤੀ ਹੈ ਭਗਤ ਜੀ ਨੇ। ਕੋਈ ਪਰਮੇਸ਼ਰ ਕਿਸੇ ਨੂੰ ਧੱਕੇ ਮਾਰ ਕੇ ਆਪਣੇ ਤੋਂ ਵੱਖ ਨਹੀਂ ਕਰ ਰਿਹਾ, ਦੂਰ ਨਹੀਂ ਕਰ ਰਿਹਾ ਵੀ ਮੇਰੇ ਤੋਂ ਦੂਰ ਚਲਿਆ ਜਾ। ਉੱਥੇ ਕਰਮਾਂ ਦੀ ਗੱਲ ਕੀਤੀ ਹੈ ਬਾਬਾ ਰਵਿਦਾਸ ਸਾਹਿਬ ਜੀ ਨੇ ਵੀ ਕੁਝ ਕਰਮ ਸਾਡੇ ਐਸੇ ਨੇ ਜਿਨ੍ਹਾਂ ਕਰਕੇ ਪਰਮੇਸ਼ਰ ਸਾਨੂੰ ਭੁੱਲ ਜਾਂਦਾ ਹੈ। ਤੇ ਅਸੀਂ ਜੇ ਚਾਹੁੰਦੇ ਹਾਂ ਉਹਦੀ ਨੇੜਤਾ ਨੂੰ ਮੰਨਣਾ, ਤਾਂ ਸਾਨੂੰ ਅਰਦਾਸ ਬੇਨਤੀ ਦੇ ਰੂਪ ਵਿੱਚ ਆਪਣਾ ਆਪ ਸਮਰਪਣ ਕਰਨਾ ਪਏਗਾ। ਆਪਣੇ ਗੁਨਾਹ ਜਿਹੜੇ ਨੇ, ਆਪਣੇ ਔਗਣ ਜਿਹੜੇ ਨੇ, ਉਹ ਐਕਸੈਪਟ ਕਰਨੇ ਪੈਣਗੇ ਵੀ ਸਾਡੇ ਵਿੱਚ ਇਹ ਕਮੀਆਂ ਨੇ। ਮੇਰੇ ਮਾਲਕ ਵਾਹਿਗੁਰੂ, ਮੇਰੇ ਗੁਨਾਹ ਤੂੰ ਬਖਸ਼ ਦੇ, ਮੇਰੇ ਅੰਦਰ ਦੇ ਇਹ ਔਗਣ ਜਿਹੜੇ ਨੇ ਇਹਨਾਂ ਨੂੰ ਖਿਮਾ ਕਰ ਦੇ, ਔਰ ਮੈਨੂੰ ਆਪਣੇ ਨੇੜੇ ਹੋਣ ਦਾ ਅਵਸਰ ਬਖਸ਼ਿਸ਼ ਕਰ, ਆਪਣੀ ਨੇੜਤਾ ਦਾ ਅਹਿਸਾਸ ਬਖਸ਼। ਇਹ ਮੇਰੇ ਮਾਲਕ ਵਾਹਿਗੁਰੂ, ਤੂੰ ਮੈਨੂੰ ਵਿਸਾਰ ਨਾ, ਭਾਵ ਮੈਂ ਤੈਥੋਂ ਦੂਰ ਨਾ ਹੋਵਾਂ, ਤੇਰੇ ਤੋਂ ਦੂਰ ਨਾ ਚਲਿਆ ਜਾਵਾਂ। ਮੈਂ ਤੇਰਾ ਜਨ ਹਾਂ, ਮੈਂ ਤੇਰਾ ਸੇਵਕ ਹਾਂ, ਮੈਂ ਤੇਰਾ ਖਾਦਮ ਹਾਂ। ਰਹਿਮ ਕਰ ਮੇਰੇ ਤੇ, ਐਸੀ ਕਿਰਪਾ ਕਰ ਵੀ ਤੂੰ ਮੈਨੂੰ ਕਦੇ ਭੁੱਲੇ ਨਾ, ਤੂੰ ਮੈਨੂੰ ਕਦੇ ਵਿਸਰੇ ਨਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿੱਚ ਸਭ ਤੋਂ ਵੱਡਾ ਦੁੱਖ, ਆਪਾਂ ਆਮ ਸਧਾਰਨ ਜੀਵਨ 'ਚ ਗੱਲ ਕਰਦੇ ਨੇ, ਕਿਸੇ ਬੰਦੇ ਨੂੰ ਪੁੱਛੋ ਵੀ ਤੇਰਾ ਸਭ ਤੋਂ ਵੱਡਾ ਦੁੱਖ ਕੀ ਹੈ, ਤਾਂ ਉਹ ਆਪਣੇ ਦੁੱਖ ਦੀ ਵਿਆਖਿਆ ਆਪਣੇ ਹਿਸਾਬ ਨਾਲ ਕਰਦਾ। ਕਿਸੇ ਦੇ ਮਾਂ-ਬਾਪ ਉਹਦੇ ਕਹਿਣੇ 'ਚ ਨਹੀਂ ਹੋਣਗੇ, ਤੇ ਕਿਸੇ ਮਾਂ-ਬਾਪ ਦੀ ਔਲਾਦ ਕਹਿਣੇ 'ਚ ਨਹੀਂ ਹੋਏਗੀ, ਉਹਨਾਂ ਦਾ ਇਹ ਦੁੱਖ ਹੈ। ਕਿਸੇ ਕੋਲ ਮਾਇਆ ਘੱਟ, ਪਦਾਰਥ ਘੱਟ ਹੋਣਗੇ, ਉਹਦਾ ਇਹ ਦੁੱਖ ਹੈ। ਕਿਸੇ ਨੂੰ ਕੋਈ ਸਰੀਰਕ ਤੰਗੀ ਜਾਂ ਮੁਸ਼ਕਲ ਹੋਏਗੀ, ਉਹਦਾ ਇਹ ਦੁੱਖ ਹੈ। ਸਾਡੇ ਕੋਲ ਜਿਹੜੀ ਚੀਜ਼ ਦੀ ਵੀ ਘਾਟ ਸਾਨੂੰ ਰੜਕਦੀ, ਆਪਾਂ ਉਹਨੂੰ ਕਹਿੰਦੇ ਆ ਵੀ ਮੈਨੂੰ ਤਾਂ ਆਹ ਦੁੱਖ ਹੈ, ਮੇਰਾ ਦੂਰ ਕਰ ਦਿਓ। ਪਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋਗੇ, ਸਾਰੀ ਬਾਣੀ ਰਚਨ ਵਾਲੇ ਮਹਾਂਪੁਰਖਾਂ ਨੂੰ ਜੇ ਕੋਈ ਪੁੱਛੇ ਨਾ ਵੀ ਦੁੱਖ ਤੁਹਾਡੀ ਦ੍ਰਿਸ਼ਟੀ 'ਚ ਅਸਲ 'ਚ ਕੀ ਹੈ, ਉਹ ਕਹਿੰਦੇ ਨੇ ਪਰਮੇਸ਼ਰ ਨੂੰ ਭੁੱਲ ਜਾਣਾ ਹੀ ਸਭ ਤੋਂ ਵੱਡਾ ਦੁੱਖ ਹੈ। ਰੱਬੀ ਯਾਦ ਤੋਂ ਵਿਰਵੇ ਹੋ ਕੇ ਜਿਹੜਾ ਜੀਵਨ ਜੀਣਾ ਹੈ ਨਾ, ਉਹਦੇ 'ਚ ਹੀ ਸਾਰੇ ਦੁੱਖ ਨੇ। ਮਹਾਰਾਜ ਨੇ ਕਿਹਾ ਨਹੀਂ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਮਾਇਆ ਦੇ ਭੋਗ ਸਾਨੂੰ ਮਿੱਠੇ ਲੱਗਦੇ ਨੇ, ਪਰ ਗੁਰੂ ਪਾਤਸ਼ਾਹ ਆਖਦੇ ਉਹ ਵੀ ਕੌੜੇ ਹੋ ਜਾਂਦੇ ਨੇ ਜੇ ਪਰਮੇਸ਼ਰ ਵਾਹਿਗੁਰੂ ਦੀ ਯਾਦ ਕੋਲ ਨਾ ਹੋਵੇ। ਉਹ ਵੀ ਦੁੱਖਦਾਈ ਹੋ ਜਾਂਦੇ ਨੇ, ਉਹਨਾਂ ਦੇ ਵੀ ਬੜੇ ਸਾਈਡ ਇਫੈਕਟ ਪੈਂਦੇ ਨੇ ਜੀਵਨ ਉੱਤੇ, ਔਰ ਬੜੇ ਘਿਨਾਉਣੇ। ਬੰਦਾ ਹੰਕਾਰ 'ਚ ਗਰਸਿਆ ਜਾਂਦਾ ਹੈ, ਜ਼ਿੰਦਗੀ ਹਉਮੈ 'ਚ ਗੁਜ਼ਰ ਜਾਂਦੀ ਹੈ। ਲੋਭ ਲਾਲਚਾਂ ਵਿਦਾ ਬੱਝਾ ਹੋਇਆ ਮਨੁੱਖ ਕਿੰਨੇ ਕੁਕਰਮ ਪਾਪ ਇਸ ਧਰਤੀ ਦੇ ਉੱਤੇ ਕਰਦਾ ਹੈ। ਆਪਣੇ ਜੀਵਨ ਨੂੰ ਕਿਵੇਂ ਸ਼ੈਤਾਨੀ ਰੰਗ ਵਿੱਚ ਰੰਗ ਲੈਂਦਾ ਹੈ। ਸਾਰੀਆਂ ਚੀਜ਼ਾਂ ਨੂੰ ਰੋਗ ਕਿਹਾ ਬਾਣੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਵਿਜੋਗ ਦੇ ਵਿੱਚੋਂ ਨਿਕਲੇ ਹੋਏ ਦੁੱਖ ਆਖਿਆ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਬੇਨਤੀ, ਇਹ ਅਰਦਾਸ ਸਾਰੇ ਬਾਣੀ ਰਚੇਤਾ ਮਹਾਨ ਸਤਿਪੁਰਖਾਂ ਨੇ ਪਰਮੇਸ਼ਰ ਸਾਹਮਣੇ ਕੀਤੀ ਹੈ। ਮੇਰੇ ਮਾਲਕ ਵਾਹਿਗੁਰੂ, ਤੂੰ ਸਾਨੂੰ ਭੁੱਲੀ ਨਾ, ਅਸੀਂ ਤੈਨੂੰ ਵਿਸਾਰ ਨਾ ਬੈਠੀਏ। ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ ਆਵੇ ਨਾ। ਐਸਾ ਨਾ ਵਾਪਰ ਜਾਏ ਕਿਤੇ ਵੀ ਅਸੀਂ ਤੈਨੂੰ ਭੁੱਲ ਜਾਈਏ, ਤੂੰ ਸਾਨੂੰ ਵਿਸਰ ਜਾਏ। ਤੇ ਕੀ ਹੋਵੇ?
ਫਿਰ ਸਾਡਾ ਜੀਵਨ ਕੀ ਹੋਏਗਾ? ਹਰ ਬਿਨ ਜੀਓ ਜਲ ਬਲ ਜਾਓ। ਤੇ ਆਰੰਭ ਦੇ ਬਚਨ ਵਿੱਚ ਫਰਮਾਇਆ, ਕਹਿਣ ਲੱਗੇ ਮੇਰੀ ਸੰਗਤ ਪੋਚ। ਪੋਚ ਸ਼ਬਦ ਜਿਹੜਾ ਪਰਸ਼ੀਅਨ ਦਾ, ਇਹਦਾ ਭਾਵ ਹੁੰਦਾ ਹੈ ਨੀਚ, ਮੱਧਮ, ਘਟੀਆ। ਮੇਰੀ ਜਿਹੜੀ ਸੰਗਤ ਹੈ ਉਹ ਬੜੀ ਘਟੀਆ ਹੈ। ਮੇਰੀ ਸੰਗਤ ਆਪਾਂ ਕਿਹਨੂੰ ਕਹਿੰਦੇ ਹਾਂ? ਸੋਬਤ। ਜਿਹੜਾ ਲਗਾਵ ਹੈ ਸਾਡਾ ਕਿਸੇ ਚੀਜ਼ ਨਾਲ, ਉਹਨੂੰ ਸੰਗਤ ਕਿਹਾ ਜਾਂਦਾ। ਇੱਕ ਹੁੰਦਾ ਕਿਸੇ ਨਾਲ ਸਰੀਰਕ ਤੌਰ ਤੇ ਕਿਸੇ ਦੇ ਨੇੜੇ ਬੈਠਣਾ, ਇੱਕ ਹੁੰਦਾ ਮਾਨਸਿਕ ਆਤਮਿਕ ਤੌਰ ਤੇ ਉਹਦੇ ਵਿੱਚੋਂ ਜੋ ਗ੍ਰਹਿਣ ਕਰਦੇ ਹਾਂ, ਜੋ ਅਸੀਂ ਲੈਂਦੇ ਹਾਂ, ਉਹਦੇ ਵਿੱਚੋਂ ਧਾਰਨ ਕਰਦੇ ਹਾਂ, ਜੋ ਆਦਤਾਂ, ਜੋ ਉਹ ਉਸ ਜਗ੍ਹਾ ਦੇ ਉੱਤੇ ਵਰਤਾਰਾ, ਮਾਹੌਲ ਹੈ, ਉਹਦੇ ਤੋਂ ਜੋ ਅਸੀਂ ਪ੍ਰਾਪਤ ਕਰ ਲਿਆ, ਸਮਝੋ ਅਸੀਂ ਸੰਗਤ ਕਰ ਲਈ। ਸੰਗਤ ਦੇ ਮਾਇਨੇ ਬਹੁਤ ਵੱਡੇ ਨੇ। ਜੋ ਆਦਤ, ਜੋ ਗੁਣ ਜਾਂ ਔਗਣ, ਜੋ ਚੰਗਿਆਈ ਜਾਂ ਬੁਰਾਈ, ਜੋ ਵੀ ਉੱਥੇ ਹੈ, ਜੋ ਉਹਦਾ ਪ੍ਰਭਾਵ ਹੈ, ਜਦੋਂ ਅਸੀਂ ਮਾਨਸਿਕ ਆਤਮਿਕ ਤੌਰ ਤੇ ਸੁਰਤ ਕਰਕੇ ਉਹ ਪ੍ਰਭਾਵ ਗ੍ਰਹਿਣ ਕਰਦੇ ਹਾਂ, ਉਹਨੂੰ ਕਿਹਾ ਜਾਂਦਾ ਸੰਗਤ ਹੋ ਗਈ। ਭਗਤ ਜੀ ਆਖਦੇ ਮੇਰੀ ਤੇ ਸੰਗਤ ਬੜੀ ਨੀਚ ਹੈ, ਨੀਵੀਂ। ਇਹ ਸਮਝਾਉਣ ਦਾ ਢੰਗ ਹੈ। ਬੜੀ ਮੱਧਮ, ਬੜੀ ਘਟੀਆ ਸੰਗਤ ਹੈ। ਮੇਰੀ ਸੰਗਤ ਪੋਚ। ਸੋਚ ਦਿਨ ਰਾਤੀ। ਸੋਚ ਦਾ ਮਤਲਬ ਹੈ ਚਿੰਤਾ, ਫਿਕਰ ਹੋਣਾ। ਇਸ ਚੀਜ਼ ਦੀ ਫਿਕਰ ਹੋਣੀ ਵੀ ਮੇਰੀ ਸੰਗਤ ਮਾੜੀ ਹੈ, ਮੇਰਾ ਬਣੇਗਾ ਕੀ, ਮੇਰਾ ਹੋਏਗਾ ਕੀ। ਤੁਸੀਂ ਵੇਖੋ ਨਾ, ਜੰਗਲ ਹਰਿਆ ਭਰਿਆ ਹੁੰਦਾ ਹੈ। ਜਦੋਂ ਜੰਗਲ ਵਿੱਚ ਅੱਗ ਲੱਗਦੀ ਹੈ, ਜਿਹੜੇ ਦਰਖਤ ਹਰੇ ਭਰੇ ਹੋਣ ਤੇ ਫਲ ਲੱਗਿਆ ਹੋਵੇ, ਫੁੱਲ ਪਏ ਹੋਣ, ਉਹ ਵੀ ਸੜ ਕੇ ਸੁਆਹ ਹੋ ਜਾਂਦੇ ਨੇ। ਉਹਨਾਂ ਦਾ ਵੀ ਕੱਖ ਨਹੀਂ ਬਚਦਾ। ਉਹਨਾਂ ਦੀ ਹਰਿਆਲੀ ਵੀ ਸੜ ਕੇ ਸੁਆਹ, ਰਾਖ ਦਾ ਢੇਰ ਬਣ ਜਾਂਦੀ ਹੈ। ਸਮੁੱਚਾ ਆਲਾ ਦੁਆਲਾ ਬਿਮਾਰ ਹੋਵੇ ਤੇ ਕਈ ਵਾਰ ਇੱਕ ਤੰਦਰੁਸਤ, ਬਿਲਕੁਲ ਸਹੀ ਮਨੁੱਖ ਜਿਹੜਾ ਹੈ ਫਿਜ਼ੀਕਲੀ, ਉਹ ਵੀ ਬਿਮਾਰੀ ਦਾ ਪੀੜਤ ਹੋ ਜਾਂਦਾ ਹੈ, ਗ੍ਰਸਿਆ ਜਾਂਦਾ ਹੈ। ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਨ ਕਿਉ ਉਧਾਰੇ। ਨੇਕ ਸੋਬਤ ਵਿੱਚ ਮੰਦੇ ਅਮਲਾਂ ਵਾਲਾ ਮਨੁੱਖ ਜਿਹੜਾ ਹੈ ਉਹ ਵੀ ਸੁਥਰਾ ਬਣ ਜਾਂਦਾ, ਚੰਗਾ ਬਣ ਜਾਂਦਾ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਬਾਬਾ ਕਬੀਰ ਸਾਹਿਬ ਲਿਖਦੇ ਨੇ। ਹੁਣ ਇੱਥੇ ਭਗਤ ਜੀ ਇਸ਼ਾਰਾ ਕਰਦੇ ਨੇ, ਇਸ ਦਸ਼ਾ ਦੱਸ ਰਹੇ ਨੇ, ਉਹ ਮਨੁੱਖੀ ਜੀਵਨ ਦੀ ਦਸ਼ਾ, ਮਨੁੱਖੀ ਜੀਵਨ ਦੀ ਅਵਸਥਾ ਦੱਸ ਰਿਹਾ ਵੀ ਮੇਰੀ ਸੰਗਤ ਪੋਚ, ਤੇ ਮੈਨੂੰ ਚਿੰਤਾ ਰਹਿੰਦੀ ਇਸ ਗੱਲ ਦੀ ਮੇਰਾ ਬਣੇਗਾ ਕੀ, ਮੇਰੀ ਜਿਹੋ ਜੀ ਸੰਗਤ ਹੈ, ਮੇਰਾ ਆਉਣ ਵਾਲਾ ਵਕਤ ਕਿਹੋ ਜਿਹਾ ਹੋਏਗਾ, ਮੇਰੇ ਜੀਵਨ ਦੀ ਘਾੜਤ ਕਿਹੋ ਜਿਹੀ ਘੜੀ ਜਾਏਗੀ। ਮੇਰੀ ਸੰਗਤ ਪੋਚ। ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ। ਕਰਮ ਦਾ ਮਤਲਬ ਹੈ ਤਰਜ਼ੇ ਜ਼ਿੰਦਗੀ, ਵੇ ਆਫ ਲਾਈਫ, ਜ਼ਿੰਦਗੀ ਜੀਣ ਦਾ ਢੰਗ ਜਿਹੜਾ ਹੈ ਉਹ ਕੁਟਲਤਾ ਭਰਿਆ। ਕੁਟਲ ਕਹਿੰਦੇ ਆਪਾਂ ਵੀ ਵਿੰਗੀਆਂ ਟੇਢੀਆਂ ਚਾਲਾਂ ਚੱਲਣੀਆਂ, ਵਿੰਗੇ ਟੇਢੇ ਸੁਭਾਅ ਪਾਲਣੇ, ਜੀਵਨ 'ਚ ਸਾਫ਼ ਗੋਈ ਸਪਸ਼ਟਤਾ ਨਾ ਰਹਿ ਜਾਣੀ। ਬੰਦਾ ਵਿੰਗਾ ਟੇਢਾ ਕਿੱਥੇ ਹੁੰਦਾ ਹੈ? ਢੱਕਦਾ ਕੱਜਦਾ ਕਿੱਥੇ? ਜਿੱਥੇ ਐਬ ਹੋਵੇ ਜੀਵਨ 'ਚ। ਐਬ ਕਰਕੇ ਹੀ ਬੰਦਾ ਟੇਢੇ ਢੰਗ ਨਾਲ ਵਰਤਦਾ ਹੈ, ਉੱਥੇ ਲੁਕਾ ਰੱਖਦਾ ਹੈ, ਦਗਾ ਕਰਦਾ ਹੈ, ਫਰੇਬ ਕਰਦਾ ਹੈ, ਵਿਖਾਵਾ ਕਰਦਾ। ਇਹ ਸਾਰੇ ਕੰਮ ਕਿਉਂ ਕਰਦਾ ਹੈ? ਕਿਉਂਕਿ ਉਹਨੂੰ ਲੱਗਦਾ ਹੈ ਵੀ ਇਹ ਗਲਤ ਹੈ ਤੇ ਇਹਨੂੰ ਢੱਕਣਾ ਪਏ, ਗੰਦਗੀ ਨੂੰ ਢੱਕਣਾ ਪਏਗਾ। ਚੰਗਿਆਈ ਤੇ ਪਰਦਾ ਪਾਉਣ ਦੀ ਲੋੜ ਨਹੀਂ ਪੈਂਦੀ। ਮੇਰਾ ਕਰਮ ਕੁਟਿਲਤਾ, ਮੇਰਾ ਕਰਮ ਹੈ ਕੁਟਿਲਤਾ ਕਰਨੀ। ਇਹ ਮੇਰੀ ਜ਼ਿੰਦਗੀ ਬਣ ਗਈ ਹੈ ਮਾੜੀ ਸੰਗਤ ਕਰਕੇ। ਜਨਮ ਕੁਭਾਂਤੀ, ਭੈੜੇ ਭਾਂਤ ਦਾ ਜੀਵਨ ਬਣ ਗਿਆ ਹੈ। ਇਹ ਜਨਮ ਕੁਭਾਂਤੀ ਤੋਂ ਨਾ ਕਈ ਅਰਥ ਇਹ ਕਰ ਦਿੰਦੇ ਨੇ ਵੀ ਭਗਤ ਰਵਿਦਾਸ ਜੀ ਇਹ ਕਹਿ ਰਹੇ ਨੇ ਵੀ ਮੇਰਾ ਜਨਮ ਸਹੀ ਪਰਿਵਾਰ 'ਚ ਨਹੀਂ ਹੋਇਆ। ਕਈ ਐਸਾ ਅਰਥ ਕਰਦੇ ਨੇ, ਕਿਉਂਕਿ ਉਹ ਹੋਰ ਸ਼ਬਦ ਲੈ ਲੈਂਦੇ ਨੇ ਭਗਤ ਜੀ ਦੀ ਬਾਣੀ ਵਿੱਚੋਂ, ਜਿੱਥੇ ਭਗਤ ਜੀ ਨੇ ਇਹ ਜ਼ਿਕਰ ਕੀਤਾ ਆਪਣੇ ਕਿੱਤੇ ਦਾ ਵੀ ਮੈਂ ਚਮੜੇ ਦਾ ਕਿੱਤਾ ਕਰਦਾ ਹਾਂ, ਤੇ ਉਹਨਾਂ ਨੂੰ ਲੱਗਦਾ ਹੈ ਭਗਤ ਜੀ ਇਹਦੇ ਬਾਰੇ ਨਹੀਂ, ਇਹਦੇ ਬਾਰੇ ਨਹੀਂ ਕਹਿ ਰਹੇ। ਮਾੜੀ ਸੰਗਤ ਵਿੱਚ ਬੈਠ ਕੇ, ਮਾੜੀ ਸੰਗਤ ਅਪਣਾ ਕੇ ਜਿਹੜਾ ਕੁਟਿਲ ਕਰਮਾਂ ਵਾਲਾ ਜੀਵਨ ਬਣ ਜਾਣਾ, ਉਹਨੂੰ ਕੁਭਾਂਤੀ ਜਨਮ ਕਿਹਾ ਭਗਤ ਜੀ। ਚਮੜੇ ਦੀ ਕਿਰਤ ਕਰਨ ਵਾਲਿਆਂ ਦੇ ਘਰੇ ਪੈਦਾ ਹੋਣਾ ਤਾਂ ਉਹ ਫਖਰ ਦੀ ਗੱਲ ਕਹਿੰਦੇ ਨੇ, ਮਾਣ ਦੀ ਗੱਲ ਕਹਿੰਦੇ ਨੇ। ਉਹਨਾਂ ਨੇ ਤਾਂ ਬੜੀ ਟਰਕਾ ਕੇ ਗੱਲ ਕੀਤੀ, ਐ ਟਣਕਾ ਕੇ ਲੋਕਾਂ ਨੂੰ ਆਖਿਆ, ਕਹਿਣ ਲੱਗੇ ਮੈਂ ਇਕੱਲਾ ਚਮਿਆਰ ਹਾਂ, ਮੈਂ ਕੇਵਲ ਚਮੜੇ ਦੇ ਕੰਮ ਕਰਦਾ, ਤੁਸੀਂ ਮੈਨੂੰ ਇਸ ਕਰਕੇ ਚਮਿਆਰ ਕਹਿੰਦੇ ਹੋ? ਤੁਹਾਡੇ ਸਰੀਰ ਕਾਹਦੇ ਨੇ? 24 ਘੰਟੇ ਤੁਸੀਂ ਆਪਣੇ ਸਰੀਰਾਂ ਬਾਰੇ ਸੋਚਦੇ ਹੋ,
ਸਰੀਰ ਕਾਹਦਾ? ਚਮੜੇ ਬਾਰੇ ਹੀ ਸੋਚਦੇ ਹੋ ਨਾ ਕਿ ਅਸੀਂ ਸਾਰੇ ਚਮਿਆਰ ਨਹੀਂ ਇਸ ਹਿਸਾਬ ਨਾਲ, ਅਸੀਂ ਸਾਰੇ ਚਮੜੇ ਨਾਲ ਨਹੀਂ ਜੁੜੇ ਹੋਏ ਇਸ ਹਿਸਾਬ ਨਾਲ। ਚਮਰਟਾ ਗਾਂਠ ਨਾ ਜਨਈ ਲੋਗ ਠਾਵੈ ਪਨਹੀ, ਆਰ ਨਹੀਂ ਜੇ ਤੋਪੋ ਨਹੀਂ ਰਾਮਬੀ ਠਾਉ ਰੋਪੋ, ਲੋਗ ਗੰਠ ਗੰਠ ਖਰਾ ਬਗੂਚਾ। ਲੋਕ ਤਾਂ ਆਪਣੇ ਚਮੜੇ ਨੂੰ ਸਵਾਰਨ ਲਈ ਦਿਨ ਰਾਤ ਇੱਕ ਕਰੀ ਰੱਖਦੇ ਨੇ, ਚਮੜੇ ਨੂੰ ਪਾਲਣ ਲਈ ਦਿਨ ਰਾਤ ਇੱਕ ਕਰੀ ਰੱਖਦੇ ਨੇ। ਚਮੜੇ ਨੂੰ ਸਤਿਕਾਰ ਮਿਲ ਜਾਏ, ਸਰੀਰ ਦੇ ਚਮੜੇ ਨੂੰ, ਇਹਦੇ ਲਈ ਕੀ ਕੀ ਪਾਪੜ ਨਹੀਂ ਵੇਲਦੀ ਦੁਨੀਆ, ਕੀ ਕੀ ਯਤਨ ਨਹੀਂ ਕਰਦੀ, ਕੀ ਕੀ ਕਾਰਜ ਨਹੀਂ ਕਰਦੀ। ਇਹ ਕਾਹਦੇ ਲਈ ਕਰਦੇ ਹਾਂ ਅਸੀਂ? ਆਹ ਦੇਹੀ ਲਈ। ਦੇਹੀ ਕਾਹਦੀ ਹੈ? ਚਮੜੇ ਦੀ। ਉਹਨਾਂ ਨੇ ਇਸ ਕਿਰਤ ਕਰਕੇ ਜਨਮ ਕੁਭਾਂਤੀ ਨਹੀਂ ਕਿਹਾ, ਇਹ ਭੁਲੇਖੇ 'ਚ ਨਾ ਰਹਿਣਾ। ਸ਼ਬਦ ਦੇ ਅਰਥ ਉੱਪਰਲੀਆਂ ਪੰਕਤੀਆਂ ਮੁਤਾਬਕ ਹੋਣਗੇ, ਮੇਰੀ ਸੰਗਤ ਪੋਚ ਹਮ ਨੀਚ ਮੱਧਮ ਕਰਮ ਕੀਏ ਨਹੀਂ ਚੇਤਿਓ ਹਰ ਰਾਏ। ਇਹ ਭੈੜੀ ਸੰਗਤ ਹੈ, ਔਗਣਾਂ ਦੀ ਸੰਗਤ, ਮੰਦੀਆਂ ਵਾਸ਼ਨਾਵਾਂ ਦੀ ਸੰਗਤ, ਭੈੜੇ ਲੋਕਾਂ ਦੀ ਸੋਹਬਤ। ਭੈੜੇ ਲੋਕਾਂ ਦੀ ਸੋਹਬਤ ਵਿੱਚ ਬੈਠ ਕੇ ਬੰਦਾ ਕੀ ਸਿੱਖ ਜਾਂਦਾ ਹੈ? ਕਰਮ ਕੁਟਿਲਤਾ, ਕੁਟਲ ਕਰਮ ਕਰਨੇ ਸਿੱਖ ਜਾਂਦਾ, ਕਪਟ ਕਰਨਾ ਸਿੱਖ ਜਾਂਦਾ, ਵਿੰਗੇ ਟੇਢੇ ਸੁਭਾਅ ਤੇ ਚਾਲਾਂ ਚੱਲਣੀਆਂ ਸਿੱਖਦਾ। ਤੇ ਫਿਰ ਇਸੇ ਨੂੰ ਕਹਿ ਵੀ ਮੈਨੂੰ ਬੜੀ ਫਿਕਰ ਰਹਿੰਦੀ ਇਸ ਗੱਲ ਦੀ ਵੀ ਆਹ ਕੁਝ ਬਣ ਰਿਹਾ ਹੈ, ਮਾੜੀ ਸੰਗਤ ਕਰਕੇ ਆਹ ਕਰਮ ਕੁਟਲ ਬਣ ਰਿਹਾ ਹੈ। ਤੇ ਜੀਵਨ, ਜਨਮ ਜਿਹੜਾ ਹੈ, ਜਨਮ ਦਾ ਭਾਵ ਇੱਥੇ ਹੈ ਜੀਵਨ। ਜਨਮ ਕੁਭਾਂਤੀ, ਮੇਰਾ ਸਮੁੱਚਾ ਜਨਮ ਹੈ, ਮਨੁੱਖਾ ਜਨਮ ਜਿਹੜਾ ਹੈ ਭੈੜੀ ਭਾਂਤ ਵਾਲਾ ਬਣ ਗਿਆ, ਕੁਢੰਗਾ ਬਣ ਗਿਆ, ਮਾੜੀ ਕਿਸਮ ਦਾ ਬਣ ਗਿਆ। ਕੁਭਾਂਤ ਕਹਿੰਦੇ ਆ ਆਪਾਂ ਭੈੜੀ ਭਾਂਤ ਦਾ, ਲੋ ਕੈਟਾਗਰੀ ਦਾ। ਮੇਰਾ ਜੀਵਨ ਜਿਹੜਾ ਹੈ ਭੈੜੀ ਘਾੜਤ ਵਾਲਾ ਬਣ ਗਿਆ। ਇਹ ਮੇਰੇ ਫਿਕਰ ਦਾ ਕਾਰਨ ਹੈ, ਮੇਰੀ ਚਿੰਤਾ ਦਾ ਕਾਰਨ ਹੈ। ਇਸੇ ਕਰਕੇ ਮੈਂ ਕਹਿੰਦਾ, ਹੈ ਮੇਰੇ ਮਾਲਕ ਵਾਹਿਗੁਰੂ, ਮੈਨੂੰ ਵਿਸਾਰਨਾ ਨਾ, ਮੇਰਾ ਤਾਂ ਆਹ ਹਾਲ ਹੈ, ਮੈਂ ਤੈਨੂੰ ਭੁੱਲਾਂ ਨਾ, ਮੈਨੂੰ ਸਦਾ ਆਪਣੀ ਯਾਦ ਬਖਸ਼ੀ ਰੱਖਣਾ ਤਾਂ ਕਿ ਮੇਰਾ ਭਲਾ ਹੋ ਜਾਏ। ਫਿਰ ਇਸੇ ਹੀ ਪ੍ਰਕਰਨ ਨੂੰ ਅੱਗੇ ਤੋਰਦੇ ਨੇ, ਆਖਦੇ ਨੇ ਮੇਰੀ ਹਰੋ ਵਿਪਤ। ਆਹ ਮੇਰੀ ਵਿਪਦਾ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਹੈ, ਇਹ ਸੰਕਟ ਹੈ ਮੇਰੇ ਜੀਵਨ ਤੇ। ਜਿਹੜਾ ਆਪਾਂ ਇਹਨਾਂ ਚੀਜ਼ਾਂ ਨੂੰ ਸੰਕਟ ਨਹੀਂ ਮੰਨਦੇ, ਭਗਤ ਜੀ ਮੰਨਦੇ। ਯਥਾ ਭਗਤ ਬਾਬਾ ਨਾਮਦੇਵ ਸਾਹਿਬ ਨੇ ਕਿਹਾ ਨਾ, ਲੋਭ ਲੈ ਰਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਫਿਰ ਵੀ ਕਿਹਾ ਮੈਂ ਜਾਨ ਜਨ ਤਰਬੇ ਨਾ ਜਾਣਾ। ਉਹਨਾਂ ਦੀ ਬੇਨਤੀ ਵੇਖੋ ਕਿਸ ਪੱਧਰ ਦੀ ਹੈ। ਉਹਨਾਂ ਨੇ ਆਖਿਆ, ਇਸ ਸੰਸਾਰ ਦੇ ਅੰਦਰ ਜਦੋਂ ਮਨੁੱਖ ਬਦੀ ਦਾ, ਅਵਗਣ ਦਾ, ਵਿਸ਼ੇ ਵਿਕਾਰਾਂ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਇਨਸਾਨ ਬੜਾ ਕੁਝ ਇਸ ਸੰਸਾਰ ਵਿੱਚ ਐਸਾ ਕਰ ਗੁਜ਼ਰਦਾ ਹੈ, ਆਪਣੇ ਜੀਵਨ ਤੇ ਦੂਜਿਆਂ ਦੇ ਜੀਵਨ ਤੇ ਸਮੁੱਚੇ ਸਮਾਜ ਨੂੰ ਨਰਕ ਬਣਾ ਧਰਦਾ। ਉਹ ਰੱਬੀ ਯਾਦ ਤੋਂ ਵਿਰਵਾ ਜੀਵਨ ਨਰਕ ਵਰਗਾ ਬਣ ਜਾਂਦਾ ਹੈ, ਗੰਦਗੀ ਢਾਉਂਦਾ ਹੈ। ਤੋ ਇਸ ਕਰਕੇ ਉਹਨਾਂ ਨੇ ਬਾਣੀ ਦੇ ਵਿੱਚ ਅਰਦਾਸ ਵੀ ਐਸੇ ਜੀਵਨ ਤੋਂ ਛੁਟਕਾਰੇ ਦੀ ਕੀਤੀ। ਇਹਨਾਂ ਆਦਤਾਂ, ਐਸੀ ਕੁਸੰਗਤ, ਐਸੇ ਅਵਗਣ, ਐਸੇ ਵਿਸ਼ੇ, ਐਸੇ ਵਿਕਾਰ। ਸਤਿਗੁਰੂ ਮਹਾਰਾਜ ਇਸੇ ਕਰਕੇ ਆਖਦੇ ਨੇ, ਮੇਰੀ ਹਰੋ ਬਿਪਤੇ, ਬਿਪਤਾ ਹੈ ਮੇਰੇ ਜੀਵਨ ਦੇ ਉੱਤੇ। ਹੀ ਮੇਰੇ ਮਾਲਕ ਵਾਹਿਗੁਰੂ, ਇਹ ਬਿਪਤਾ ਮੇਰੀ ਦੂਰ ਕਰ ਦਿਓ। ਮੇਰੀ ਹਰੋ ਬਿਪਤ ਜਨ ਕਰੋ ਸੁਭਾਈ, ਮੈਨੂੰ ਆਪਣਾ ਸੇਵਕ ਬਣਾਓ ਤੇ ਮੈਨੂੰ ਕੀ ਦਾਤ ਬਖਸ਼ੋ? ਸੁਭਾਈ, ਪ੍ਰੇਮ ਸਹਿਤ ਜੀਵਨ। ਉਹ ਜੀਵਨ ਜਿਹਦੇ ਵਿੱਚ ਪ੍ਰੇਮ ਵਸਿਆ ਹੋਇਆ। ਬੰਦਾ ਜਦੋਂ ਧੋਖਾ ਦਿੰਦਾ ਕਿਸੇ ਨੂੰ ਤੇ ਉਦੋਂ ਪ੍ਰੇਮ ਤੋਂ ਵਿਹੂਣਾ ਹੁੰਦਾ ਤਾਂ ਹੀ ਦਿੰਦਾ। ਠੱਗੀ ਕਰਦਾ ਉਦੋਂ ਉਹਦੇ ਨਾਲ ਪ੍ਰੇਮ ਨਹੀਂ ਹੁੰਦਾ ਤਾਂ ਹੀ ਕਰਦਾ। ਜ਼ਾਲਸਾਜੀ ਕਰਦਾ, ਚੋਰੀ ਚਕਾਰੀ ਕਰਦਾ, ਕਤਲ ਕਰਦਾ, ਜ਼ੁਲਮ ਕਰਦਾ, ਕੋਈ ਵੀ ਮੰਦਾ ਅਮਲ ਕਰੇ, ਉਹ ਮੰਦਾ ਅਮਲ ਕਿਹੜੀ ਭਾਵਨਾ ਚੋਂ ਨਿਕਲਦਾ ਹੈ? ਜਿੱਥੇ ਜੀਵਨ ਕਠੋਰ ਹੋ ਜਾਂਦਾ, ਜਿੱਥੇ ਮਨ ਦੇ ਅੰਦਰ ਕਠੋਰਤਾ ਪੈਦਾ ਹੋ ਜਾਂਦੀ, ਨਰਮਾਈ ਨਹੀਂ ਰਹਿ ਜਾਂਦੀ। ਤੇ ਨਰਮਾਈ ਕਿੱਥੇ ਹੋਏਗੀ? ਜਿੱਥੇ ਤਰਸ ਹੈ। ਤਰਸ ਕਿੱਥੇ ਹੋਏਗਾ? ਜਿੱਥੇ ਪ੍ਰੇਮ ਹੈ। ਤੇ ਜਿੱਥੇ ਪ੍ਰੇਮ ਹੈ ਨਾ, ਉੱਥੇ ਪਾਪ ਨਹੀਂ ਹੋ ਸਕਦਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਸੇ ਕਰਕੇ ਪ੍ਰੇਮ ਦਾ ਆਧਾਰ, ਪ੍ਰੇਮ ਦਾ ਬੇਸ ਕੀ ਰੱਖਿਆ ਹੈ? ਕਹਿਣ ਲੱਗੇ, ਮੈਂ ਆਪਣੇ ਮਾਲਕ ਨੂੰ ਪ੍ਰੇਮ ਕਰਦਾ। ਮਾਲਕ ਨੂੰ ਪ੍ਰੇਮ ਕਰਦਾ ਤੇ ਮਾਲਕ ਦੀ ਸਿਰਜਣਾ ਨੂੰ ਵੀ ਪ੍ਰੇਮ ਕਰਦਾ। ਰੱਬ ਨੇ ਜੋ ਕੁਝ ਪੈਦਾ ਕੀਤਾ, ਮੇਰੇ ਪ੍ਰੇਮ ਦਾ ਪਸਾਰਾ ਸਭਨਾਂ ਵਿੱਚ, ਕਿਉਂਕਿ ਮੇਰਾ ਰੱਬ ਸਭਨਾਂ ਵਿੱਚ ਹੈ। ਸੁਭਾਈ, ਭਾਵ ਵਾਲਾ, ਪ੍ਰੇਮ ਵਾਲਾ, ਐਸਾ ਮੇਰਾ ਜੀਵਨ ਘੜ ਦਿਓ।
ਇਹ ਦਾਤ ਮੈਨੂੰ ਬਖਸ਼ੋ। ਫਿਰ ਆਖਦੇ ਨੇ ਚਰਨ ਨਾ ਛਾਡੋ ਸਰੀਰ ਕਲ ਜਾਈ, ਇਹ ਵੀ ਮੈਨੂੰ ਦਾਤ ਬਖਸ਼ੋ ਵੀ ਮੈਂ ਤੁਹਾਡੀ ਯਾਦ ਤੋਂ ਦੂਰ ਨਾ ਹੋਵਾਂ, ਤੁਹਾਡੇ ਅੱਗੇ ਸਮਰਪਿਤ ਹੋਇਆ ਰਵਾਂ, ਤੁਹਾਡੇ ਸਾਵੇਂ ਸਮਰਪਣ ਭਾਵ ਤੋਂ ਵਾਂਝਾ ਨਾ ਹੋਵਾਂ, ਭਾਵੇਂ ਮੇਰਾ ਸਰੀਰ ਦੀ ਸੱਤਿਆ ਜਾਂਦੀ ਹੈ ਤੇ ਚਲੀ ਜਾਏ। ਬਾਬਾ ਫਰੀਦ ਸਾਹਿਬ ਨੇ ਬਾ ਕਮਾਲ ਬਾਤ ਕਹੀ। ਉਹ ਕਹਿੰਦੇ ਨੇ ਕਿ ਮੈਨੂੰ ਆਪਣੇ ਜੋਬਨ ਦੇ ਜਾਣ ਦਾ, ਆਪਣੇ ਸਰੀਰ ਦੇ ਜਾਣ ਦਾ, ਸਰੀਰ ਦੀ ਤਾਕਤ ਦੇ ਜਾਣ ਦਾ, ਸਰੀਰ ਦੇ ਸੁਹੱਪਣ ਦੇ ਜਾਣ ਦਾ ਕੋਈ ਡਰ ਨਹੀਂ। ਉਹ ਆਖਦੇ ਨੇ ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸ਼ਾਹ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮੜਾ। ਇੱਥੇ ਉਹਨਾਂ ਨੇ ਕੀ ਕਿਹਾ, ਚਰਨ ਨਾ ਛਾਡੋ ਸਰੀਰ ਕਲ, ਭਾਵੇਂ ਮੇਰੇ ਸਰੀਰ ਦੀ ਸੱਤਿਆ ਪ੍ਰਾਣ ਨਿਕਲਦੇ ਨੇ ਨਿਕਲ ਜਾਣ, ਪਰ ਜਿੰਨਾ ਵੀ ਜੀਵਨ ਹੋਵੇ ਨਾ, ਕੰਡੇ ਦੀ ਉਮਰ ਬਹੁਤ ਲੰਮੀ ਹੁੰਦੀ ਹੈ ਤੇ ਫੁੱਲ ਦੀ ਉਮਰ ਕੰਡੇ ਦੇ ਪੈਰਾਲਲ ਬਹੁਤ ਥੋੜੀ ਹੁੰਦੀ ਹੈ। ਪਰ ਕੰਡਾ ਉਹ ਕੁਝ ਸੰਸਾਰ 'ਚ ਨਹੀਂ ਵੰਡਦਾ ਜੋ ਫੁੱਲ ਵੰਡ ਦਿੰਦਾ। ਉਹ ਖੇੜਾ ਵੰਡਦਾ ਹੈ, ਖੂਬਸੂਰਤੀ ਵੰਡਦਾ ਹੈ, ਉਹ ਤਾਜ਼ਗੀ ਵੰਡਦਾ ਹੈ, ਉਹ ਰਸ ਵੰਡਦਾ ਹੈ, ਉਹ ਸੁਗੰਧ ਵੰਡਦਾ ਹੈ। ਕਿੰਨਾ ਕੁਝ ਉਹ ਥੋੜ੍ਹੇ ਜਿਹੇ ਵਕਤ ਵਿੱਚ ਵੰਡ ਕੇ ਇੰਨਾ ਕੁਝ ਸੰਸਾਰ ਨੂੰ ਦੇ ਦਿੰਦਾ। ਅਸੀਂ ਜਿਸ ਵੇਲੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ, 7 ਤੇ 9 ਸਾਲ ਦੀਆਂ ਉਮਰਾਂ ਦਾ ਆਪਾਂ ਸਾਰੇ ਜ਼ਿਕਰ ਕਰਦੇ ਹਾਂ। ਆਪਾਂ ਸਾਰੇ ਲੰਬੀਆਂ ਉਮਰਾਂ ਚਾਹੁੰਦੇ ਹਾਂ। ਸਾਨੂੰ ਕੋਈ ਆਫਰ ਦੇਵੇ ਨਾ ਵੀ ਤੂੰ 10 ਸਦੀਆਂ ਜੀਣਾ ਚਾਹੁੰਦਾ, 1000 ਸਾਲ ਜੀਣਾ ਚਾਹੁੰਦਾ, ਆਪਾਂ ਆਖਾਂਗੇ ਕੋਈ ਨਹੀਂ, ਠੀਕ ਹੈ, ਮੈਂ ਜੀਣਾ ਚਾਹੁੰਦਾ, 1000 ਸਾਲ ਜੀਣਾ ਚਾਹੁੰਦਾ, ਭਾਵੇਂ ਤੰਗੀਆਂ 'ਚ ਹੀ ਕੱਢ ਗਿਆ। ਆਪਾਂ ਕਹਿੰਦੇ ਫਿਰ ਕੀ ਹੈ, ਪਹਿਲੀ ਆਫਰ ਇਹ ਹੋਏ 1000 ਸਾਲ ਜੀਣਾ ਚਾਹੁੰਦਾ, ਹਾਂ ਜੀਣਾ ਚਾਹੁੰਦਾ, ਲੱਖ ਸਾਲ ਜੀਣਾ ਚਾਹੁੰਦਾ, ਜੀਣਾ ਚਾਹੁੰਦਾ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ। ਪਰ ਹਜ਼ੂਰ ਨੇ ਕੀ ਕਿਹਾ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ। ਕਿ ਸਾਹਿਬਜ਼ਾਦਿਆਂ ਨੂੰ, ਉਹਨਾਂ ਨੂੰ ਸਾਹਮਣੇ ਤਾਂ ਆਫਰ ਸੀ ਨਾ ਵੀ ਜੀਣਾ ਚਾਹੁੰਦੇ ਹੋ। ਉਹਨਾਂ ਕਿਹਾ ਜੀਣਾ ਤੇ ਚਾਹੁੰਦੇ ਆ, ਪਰ ਧਰਮ ਸੱਚ ਤੋਂ ਬੇਮੁਖ ਹੋ ਕੇ ਨਹੀਂ। ਆਖਿਆ ਜੇ ਤੁਸੀਂ ਇਹ ਰਾਹ ਛੱਡ ਦਿਓ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਉਹਨਾਂ ਕਿਹਾ ਨਹੀਂ, ਤੁਸੀਂ ਸਾਨੂੰ ਮਾਰਨਾ ਹੀ ਹੈ, ਕਤਲ ਕਰਨਾ ਹੈ, ਜਿਵਾ ਕਰਨਾ ਹੈ, ਸ਼ਹੀਦ ਕਰਨਾ ਹੈ, ਤੁਹਾਡੀ ਮਰਜ਼ੀ ਹੈ। ਅਸੀਂ ਸਰੀਰ ਦੀ ਮੌਤ ਪ੍ਰਵਾਨ ਕਰਦੇ ਹਾਂ, ਪਰ ਸੁਰਤ ਦਾ ਮਰਨਾ ਪ੍ਰਵਾਨ ਨਹੀਂ ਕਰਦੇ। ਅੱਜ ਉਹ ਜੀਂਦੇ ਨੇ, ਅੱਜ ਉਹ ਸਦੀਵ ਕਾਲ ਉਹਨਾਂ ਦਾ ਨਾਮ ਲਿਆ ਜਾਂਦਾ। ਉਹ ਧਰਮ ਦਾ ਧਵਜ, ਧਰਮ ਦਾ ਪ੍ਰਤੀਕ ਨੇ। ਚਰਨ ਨਾ ਛਾਡੋ ਸਰੀਰ ਕਲ ਜਾਈ। ਫਿਰ ਅੱਗੇ ਆਖਦੇ ਨੇ ਅਖੀਰਲੇ ਬੰਦ ਵਿੱਚ, ਕਹੋ ਰਵਿਦਾਸ ਪਰੋਂ ਤੇਰੀ ਸਾਂਭਾ। ਹੇ ਰਵਿਦਾਸ ਆਖ, ਹੇ ਮੇਰੇ ਮਾਲਕ ਵਾਹਿਗੁਰੂ, ਮੈਂ ਤੇਰੀ ਸ਼ਰਨ ਵਿੱਚ ਹਾਂ। ਸਾਂਭਾ ਦਾ ਮਤਲਬ ਹੁੰਦਾ ਹੈ ਤੇਰੀ ਪਨਾਹ ਵਿੱਚ, ਤੇਰੀ ਸ਼ਰਨ ਵਿੱਚ। ਮੈਂ ਤੇਰੇ ਸਾਹਮਣੇ ਸਮਰਪਿਤ ਹਾਂ, ਮੈਂ ਆਪਣਾ ਵਜੂਦ ਤੇਰੇ ਸਾਹਮਣੇ ਭੇਟਾ ਕਰਦਾ। ਤੇ ਕੀ ਚਾਹੁੰਦਾ ਹਾਂ, ਬੇਗ ਮਿਲੋ ਜਨ। ਬੇਗ ਦਾ ਮਤਲਬ ਹੁੰਦਾ ਛੇਤੀ ਛੇਤੀ। ਬੇਗ ਮਿਲੋ ਜਨ, ਆਪਣੇ ਇਸ ਜਨ ਨੂੰ ਛੇਤੀ ਆਪਣਾ ਦੀਦਾਰ, ਆਪਣੀ ਯਾਦ ਬਖਸ਼ੋ, ਕਰਨਾ ਬਿਲੰਬ, ਦੇਰੀ ਨਾ ਕਰੋ। ਮੈਂ ਇੱਕ ਵਕਤ ਵੀ ਤੁਹਾਡੀ, ਇੱਕ ਪਲ ਵੀ ਤੁਹਾਡੀ ਯਾਦ ਤੋਂ ਬਿਨਾਂ ਵਿਰਵਾ ਹੋ ਕੇ ਜੀਣਾ ਨਹੀਂ ਚਾਹੁੰਦਾ। ਇੱਕ ਖਿਨ ਪਲ ਵਿਸਰੈ ਤੂੰ ਸੁਆਮੀ, ਜਾਣੋ ਬਰਸ 50। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਅਸੀਂ ਕਲਯੁਗ ਦੀ ਆਪਣੀ ਡੈਫੀਨੇਸ਼ਨ, ਕਿਸੇ ਨੂੰ ਕਹੀਏ ਪਾਠ ਕਰ ਲਓ, ਕਹਿੰਦਾ ਜੀ ਕਲਯੁਗ ਹੈ, ਕਿਵੇਂ ਕਰਾਂ। ਬਾਣੀ ਸਤਿਗੁਰਾਂ ਨੇ ਲਿਖ ਦਿੱਤੀ, ਬਾਣੀ ਸਾਡੇ ਬਜ਼ੁਰਗਾਂ ਨੇ ਸਾਂਭ ਕੇ ਰੱਖੀ ਜਦੋਂ ਸਾਧਨ ਨਹੀਂ ਸਨ। ਪ੍ਰੈਸ ਆਈ, ਬਾਣੀ ਛਪ ਗਈ, ਮੋਬਾਈਲ ਆਏ, ਐਪ ਆ ਗਈਆਂ, ਮਿਹਨਤ ਕਰਕੇ ਉਹਨਾਂ ਨੇ ਸਾਰਾ ਕੁਝ ਸਾਡੇ ਹੱਥਾਂ 'ਚ ਆ ਗਈ ਬਾਣੀ। ਤੇ ਅਜੇ ਵੀ ਬੰਦਾ ਆਖੀ ਜਾਂਦਾ ਜੀ ਕਲਯੁਗ ਹੈ, ਕਿਵੇਂ ਪੜ੍ਹਾਂ, ਕਲਯੁਗ ਹੈ ਜੀ, ਕਿਵੇਂ ਆਵਾਂ। ਘਰੇ ਮਹਿੰਗੀਆਂ ਕਾਰਾਂ ਨੇ, ਜੇ ਕੋਈ ਕਵੇ ਵੀ ਗੁਰਦੁਆਰੇ ਆ ਜਾ ਕਰੋ, ਕਿਵੇਂ ਆਵਾਂ, ਕਲਯੁਗ ਹੈ। ਜੇ ਕਲਯੁਗ ਦਾ ਜ਼ੋਰ ਚੱਲਦਾ ਨਾ, ਅਸੀਂ ਅਜੇ ਪੈਦਲ ਹੀ ਤੁਰਦੇ ਹੁੰਦੇ। ਕਲਯੁਗ ਦਾ ਜ਼ੋਰ ਚੱਲਦਾ ਤੇ ਸਾਡੇ ਕੋਲ ਇੰਨੇ ਸਹਿਲੇ ਢੰਗ ਨਾਲ ਬਾਣੀ ਨਾ ਪਹੁੰਚਦੀ। ਇਹ ਸਾਡੇ ਦਰਅਸਲ ਬਹਾਨੇ ਹੁੰਦੇ। ਅਸੀਂ ਹਰ ਚੀਜ਼ ਨੂੰ ਕਿਸੇ ਦੂਜੇ ਦੇ ਮੱਥੇ ਮੜ, ਅਸੀਂ ਨਹੀਂ ਮੰਨਦੇ ਵੀ ਸਾਡੇ ਚਾਲਸ ਹੈ। ਸਾਡੇ ਅੰਦਰ ਦੋ ਧਾਰਾ ਚੱਲਦੀਆਂ ਨੇ, ਇੱਕ ਆਲਸ ਦੀ, ਇੱਕ ਉਦਮ ਦੀ। ਜਿੱਥੇ ਜੇ ਅਸੀਂ ਉਦਮ ਦਾ ਪੱਲਾ ਫੜੀ, ਆਲਸ ਨੂੰ ਹਰਾਉਣਾ ਪੈਂਦਾ।
ਆਲਸ ਕੋਈ ਬਾਹਰੋਂ ਆ ਕੇ ਤੁਹਾਡੇ ਅੰਦਰ ਨਹੀਂ ਪੈਦਾ ਹੁੰਦਾ, ਇਹ ਸਾਡੇ ਪਾਰਟ ਆਫ ਲਾਈਫ ਹੈ। ਉਦਮ ਵੀ ਪਾਰਟ ਆਫ ਲਾਈਫ ਹੈ, ਜੀਵਨ ਦਾ ਹਿੱਸਾ ਨੇ ਦੋਵੇਂ ਚੀਜ਼ਾਂ। ਇਹ ਸਾਡੇ ਮਨ ਅੰਦਰ ਹੀ ਭਰਿਆ ਪਿਆ ਸਾਰਾ ਕੁਝ। ਜਿਵੇਂ ਉਦਾਸ ਹੋਣਾ ਤੇ ਉਤਸ਼ਾਹ ਚ ਆਉਣਾ, ਇਹ ਵੀ ਪਾਰਟ ਆਫ ਲਾਈਫ ਹੈ, ਪਾਰਟ ਆਫ ਮਾਈਂਡ ਹੈ, ਮਨ ਦਾ, ਜੀਵਨ ਦਾ ਹਿੱਸਾ ਨੇ ਇਹ ਚੀਜ਼ਾਂ। ਜਿਹਦੀ ਤੁਸੀਂ ਪ੍ਰੈਕਟਿਸ ਵੱਧ ਕਰ ਲਓਗੇ ਉਹੋ ਜਿਹੇ ਹੋ ਜਾਓਗੇ। ਇਹ ਖੁਦ ਬਖੁਦ ਨਾਲ ਸਟਰਗਲ ਕਰਨ ਵਾਲੀ, ਸੰਘਰਸ਼ ਕਰਨ ਵਾਲੀ, ਲੜਨ ਵਾਲੀ ਗੱਲ ਹੈ। ਪਰ ਗੁਰੂ ਸਾਹਿਬ ਨੇ ਬਾਣੀ ਚ ਆਖਿਆ, ਮੇਰੇ ਲਈ ਕਲਯੁਗ ਕਦੋਂ ਹੈ? ਜਦੋਂ ਤੂੰ ਵਿਸਰਦਾ ਹੈ, ਜਦੋਂ ਤੂੰ ਭੁੱਲਦਾ ਹੈ। ਇਸ ਲਈ ਮੈਂ ਅਰਦਾਸ ਕਰਦਾ, ਬੇਗ ਮਿਲੋ ਜਨ, ਕਰ ਨਾ ਬਿਲੰਬ, ਦੇਰੀ ਨਾ ਕਰੋ। ਤੁਹਾਡੀ ਯਾਦ ਤੋਂ ਬਿਨਾਂ ਜਿਹੜਾ ਵਕਤ ਹੈ ਉਹ ਮੇਰੇ ਲਈ ਦੁਖਦਾਈ ਹੈ। ਸਾਹਿਬ ਕਿਰਪਾ ਕਰਨ ਇਹ ਮੁਬਾਰਕ ਸ਼ਬਦ, ਇਸ ਦਾ ਭਾਵ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਸ਼ਿੰਗਾਰ ਬਣੇ। ਗੁਰੂ ਪਾਤਸ਼ਾਹ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।